ਤੱਥਾਂ ਦੇ ਆਧਾਰ ਦੇ ਉੱਤੇ ਇਹਨਾਂ ਦਾ ਪਰਦਾਫਾਸ਼ ਕਰੂੰਗਾ। ਥੋੜਾ ਜਿਹਾ ਮੇਰੇ ਨਾਲ ਪੇਸ਼ੈਂਸ ਰੱਖਣਾ, ਥੋੜਾ ਸਬਰ ਰੱਖਣਾ, ਕਿਉਂਕਿ ਅਕਸਰ ਇਸ ਤਰ੍ਹਾਂ ਦੀ ਗੱਲ ਨੂੰ ਕਹਿਣ ਨੂੰ ਇਹਨਾਂ ਨੂੰ ਸ਼ੀਸ਼ਾ ਦਿਖਾਉਣ ਵਾਸਤੇ ਕੁਝ ਸਮਾਂ ਥੋੜਾ ਜ਼ਰੂਰ ਲੱਗ ਸਕਦਾ। ਤੇ ਜਿਹੜੇ ਪਹਾੜੇ ਦੇ ਟੱਟੂ ਨੇ ਅਕਾਲੀਆਂ ਦੇ, ਇਹਨਾਂ ਬਾਦਲ ਦਲੀਆਂ ਦੇ, ਉਹਨਾਂ ਨੂੰ ਮੇਰੀ ਵਾਰਨਿੰਗ ਆ, ਇਹਨੂੰ ਇਸ ਪੇਜ ਤੋਂ ਅਵੋਇਡ ਕਰਿਓ। ਤੁਹਾਨੂੰ ਯਾਦ ਹੋਵੇਗਾ ਕਿ ਇਹ ਕਮਲਾ ਜਿਹੜਾ ਡੇਰੇ ਦਾ ਸਾਧ ਹੈਗਾ, ਇਸ ਨੇ ਇੱਕ ਮੈਸੇਂਜਰ ਆਫ ਗੋਡ ਫਿਲਮ ਬਣਾਈ ਸੀ, MSG ਜਿਹਨੂੰ ਕਹਿੰਦੇ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮੁੱਢ ਉੱਥੋਂ ਸ਼ੁਰੂ ਹੋਇਆ ਸੀਗਾ, ਤਾਂ ਕਿ ਪੰਜਾਬ ਸਰਕਾਰ ਤੇ ਪ੍ਰੈਸ਼ਰ ਪਾਇਆ ਜਾ ਸਕੇ ਕਿ ਸਾਡੀ ਜਿਹੜੀ ਉਹ ਬਾਬੇ ਦੀ ਫਿਲਮ ਆਉਣੀ ਆ MSG, ਉਸ ਨੂੰ ਪੰਜਾਬ ਦੇ ਵਿੱਚ ਛੇਤੀ ਤੋਂ ਛੇਤੀ ਰਿਲੀਜ਼ ਕਰਾਇਆ ਜਾਵੇ। ਜਵਾਹਰ ਸਿੰਘ ਵਾਲੇ ਬਕਾਇਦਾ ਤੌਰ ਤੇ ਪ੍ਰੇਮੀਆਂ ਨੇ ਪੋਸਟਰ ਲਾਏ। ਉਹ ਗੰਦੇ ਭਾਸ਼ਾ ਦੇ ਪੋਸਟਰ ਸੀਗੇ, ਉਹਦੇ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਸੀਗੇ, ਤੁਹਾਡੇ ਗੁਰੂ ਨੂੰ ਚੱਕ ਕੇ ਲੈ ਜਾਾਂਗੇ, ਐਂ ਕਰ ਦਿਆਂਗੇ, ਉਹ ਕਰ ਦਿਆਂਗੇ। ਇੰਦਰਪ੍ਰੀਤ ਸਿੰਘ ਸਹੋਟਾ ਜਿਹੜਾ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਸੀਗਾ, ਉਹਨੇ ਆਪਣੇ ਇਸ ਰਿਪੋਰਟ ਵਿੱਚ ਕੋਟ ਕੀਤਾ ਗਿਆ 105 ਨੰਬਰ ਸਫੇ ਤੇ ਕਿ ਜਿਨ੍ਹਾਂ ਨੇ ਪੋਸਟਰ ਲਾਏ, ਜਿਨ੍ਹਾਂ ਨੇ ਇਹ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਫੜਨ ਵਾਸਤੇ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ। ਤੇ ਹੋਮ ਮਿਨਿਸਟਰ ਕੌਣ ਸੀ ਪੰਜਾਬ ਦਾ? ਸੁਖਬੀਰ ਸਿੰਘ ਬਾਦਲ। ਮੈਂ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੁੰਦਾ, ਯਾਦ ਹੋਵੇਗਾ ਤੈਨੂੰ ਚੰਗੀ ਤਰ੍ਹਾਂ ਨਾਲ, ਤੇਰੀ ਸਰਕਾਰ ਸੀ, ਤੂੰ ਹੋਮ ਮਿਨਿਸਟਰ ਸੀਗਾ, ਤੇਰੀ ਸਰਕਾਰ ਦੇ ਨੱਕ ਦੇ ਥੱਲੇ 16 ਤਰੀਕ ਨੂੰ ਜਥੇਦਾਰਾਂ ਨੂੰ ਸੱਦਣ ਤੋਂ ਬਾਅਦ 24 ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਇਸ ਸਾਧ ਨੂੰ ਮਾਫ ਕਰ ਦਿੰਦੇ ਆ, ਤੇ 25 ਨੂੰ ਤੁਸੀਂ ਪੰਜਾਬ ਦੇ ਵਿੱਚ ਇਹਦੀ MSG ਫਿਲਮ ਨੂੰ ਥੀਏਟਰਸ ਵਿੱਚ ਲੱਗਣ ਦੀ ਆਗਿਆ ਦੇ ਦਿੱਤੀ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ, ਜਿਹੜਾ ਸੁਖਬੀਰ ਸਿੰਘ ਬਾਦਲ ਨੇ ਚੁਣੌਤੀ ਦਿੱਤੀ ਹੈ ਨਾ ਸਾਰੇ ਵਿਸ਼ਵ ਦੇ ਸਿੱਖਾਂ ਨੂੰ ਤੇ ਆਗੂਆਂ ਦੇ ਨਾਮ ਲੈ ਕੇ, ਕਿ ਅਗਰ ਕਿਸੇ ਕੋ ਸਬੂਤ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀ ਗੱਲ ਕੀਤੀ, ਸਿਰਫ ਹਲੇ ਬਾਈਬਲ ਕਲਾਂ ਦੇ ਗੋਲੀकांड ਦੀ ਗੱਲ ਉਹਨਾਂ ਨੇ ਜਾਣਬੁੱਝ ਕੇ ਨਹੀਂ ਕੀਤੀ। ਅਗਰ ਕਿਸੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਸਾਡੇ ਖਿਲਾਫ ਸਬੂਤ ਆ ਤੇ ਉਹ ਜਨਤਾ ਦੀ ਅਦਾਲਤ ਵਿੱਚ ਰੱਖਣ। ਇੱਕ ਬੜੀ ਸਾਦੀ ਜੀ ਕਹਾਵਤ ਆ ਕਿ ਇੱਕ ਚੋਰੀ ਤੇ ਉੱਤੋਂ ਸੀਨਾ ਚੋਰੀ, ਇਹ ਬਿਲਕੁਲ ਢੁਕਦੀ ਹੈ ਛੋਟੇ ਸੁਖਬੀਰ ਬਾਦਲ ਤੇ ਦੂਸਰਾ ਹੈ ਕਿ ਇੱਕ ਚੋਰ ਤੇ ਇੱਕ ਚਤੁਰ, ਨਾਲੇ ਡਾਕੇ ਮਾਰੇ, ਚੋਰੀਆਂ ਕੀਤੀਆਂ, ਉਲੰਘਣਾਵਾਂ ਕੀਤੀਆਂ, ਬੇਅਦਬੀਆਂ ਕੀਤੀਆਂ, ਤੇ ਨਾਲ ਇਹ ਬਹੁਤ ਚਤੁਰ ਬਣਦੇ ਨੇ ਤੇ ਲੋਕਾਂ ਨੂੰ ਮੂਰਖ ਸਮਝਦੇ ਨੇ। ਮੈਂ ਕੱਲ ਦਾ ਦਿਨ ਸਾਰਾ ਦੇਖਿਆ ਕਿ ਕੀ ਆਇਆ, ਇਸ ਦਾ ਜਵਾਬ ਕਿਸੇ ਨੇ ਦਿੱਤਾ, ਤਾਂ ਮੈਂ ਸਾਰਾ ਝਾਤ ਮਾਰੀ ਤਾਂ ਸਿਰਫ ਨਵਜੋਤ ਸਿੰਘ ਸਿੱਧੂ ਨੇ ਇੱਕ ਪੁਰਾਣੀ 2018 ਦੀ ਇੱਕ ਵੀਡੀਓ ਸ਼ੇਅਰ ਕੀਤੀ, ਜਿਹਦੇ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਤੱਥ ਪੇਸ਼ ਕੀਤੇ ਉਹਨਾਂ ਨੇ, ਕਿਉਂਕਿ ਆਫਟਰ ਆਲ ਇੱਕ ਜੁਡੀਸ਼ੀਅਲ ਇਨਕੁਆਇਰੀ ਸੀਗੀ। ਉਸ ਤੋਂ ਇਲਾਵਾ ਕੋਈ ਆਪੋਜੀਸ਼ਨ ਪਾਰਟੀਆਂ, ਕੋਈ ਆਗੂ ਜਿਨ੍ਹਾਂ ਦੇ ਨਾਮ ਲਏ ਸੀ ਸੁਖਬੀਰ ਨੇ, ਕਿਸੇ ਨੇ ਇਸ ਗੱਲ ਦਾ ਆਣ ਕੇ ਕੋਈ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਤਾਂ ਸਿਰਫ ਇੱਕ ਸਧਾਰਨ ਜਿਹਾ ਵਿਅਕਤੀ ਹੋਣ ਦੇ ਨਾਤੇ ਇਹ ਨਾ ਸਮਝੇ ਸੁਖਬੀਰ ਬਾਦਲ ਕਿ ਇਹ ਤਾਕਤਵਰ ਨੇ ਜਾਂ ਇਹਨਾਂ ਕੋਲ ਬਹੁਤ ਪੈਸੇ ਆ ਜਾਂ 7 ਸਿਤਾਰਿਆਂ ਦੇ ਹੋਟਲਾਂ ਦੇ ਮਾਲਕ ਨੇ, ਕਿ ਇਹਨਾਂ ਦਾ ਅੱਗੇ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ। ਅੱਜ ਮੇਰੇ ਕੋਲ ਸਾਰੇ ਤੱਥ ਨੇ। ਪ੍ਰੋਪਰ ਰਿਪੋਰਟ ਤਾਂ ਚਲੋ ਜਿਹੜੀ ਹੈ ਹੀ, ਆਫਟਰ ਆਲ ਇੱਕ ਜੁਡੀਸ਼ੀਅਲ ਇਨਕੁਆਇਰੀ ਹੋਈ ਹੈ, ਉਹਦੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਪੂਰੀ ਰਿਪੋਰਟ ਹੈ, 2 ਰਿਪੋਰਟਸ ਇਨਫੈਕਟ, ਤੇ ਨਾਲ ਮੈਂ ਬਿਲਕੁਲ ਡੇਟਸ ਦੇ ਕੇ ਤੱਥਾਂ ਦੇ ਆਧਾਰ ਦੇ ਉੱਤੇ ਇਹਨਾਂ ਦਾ ਪਰਦਾਫਾਸ਼ ਕਰੂੰਗਾ। ਥੋੜਾ ਜਿਹਾ ਮੇਰੇ ਨਾਲ ਪੇਸ਼ੈਂਸ ਰੱਖਣਾ, ਥੋੜਾ ਸਬਰ ਰੱਖਣਾ, ਕਿਉਂਕਿ ਅਕਸਰ ਇਸ ਤਰ੍ਹਾਂ ਦੀ ਗੱਲ ਨੂੰ ਕਹਿਣ ਨੂੰ ਇਹਨਾਂ ਨੂੰ ਸ਼ੀਸ਼ਾ ਦਿਖਾਉਣ ਵਾਸਤੇ ਕੁਝ ਸਮਾਂ ਥੋੜਾ ਜ਼ਰੂਰ ਲੱਗ ਸਕਦਾ। ਜਿੰਨੀਆਂ ਬੇਅਦਬੀਆਂ ਹੋਈਆਂ ਨਾ ਜਿਹੜੀਆਂ ਪੰਜਾਬ ਦੇ ਵਿੱਚ, ਆਪਾਂ ਪਹਿਲਾਂ ਬੇਅਦਬੀਆਂ ਦੀ ਗੱਲ ਕਰਦੇ, ਉਹ ਮੈਂ ਸਮਝਦਾ ਵਾਂ ਕਿ ਜਿਹੜਾ ਇਹਦਾ ਮੁੱਢ ਸੀਗਾ, ਜਿਹੜੀ ਨਫ਼ਰਤ ਦੇ ਬੀਜ ਬੀਜੇ ਗਏ, ਇਹ ਉਸ ਵਕਤ ਸੀ ਜਦੋਂ 2007 ਦੇ ਵਿੱਚ, ਜੇ ਮੈਂ ਡੇਟ ਕੋਡ ਕਰਾਂ ਠੀਕ, ਤਾਂ 11 ਮਈ 2007 ਨੂੰ ਜਿਹੜਾ ਇਹ ਡੇਰਾ ਸੱਚਾ ਸੌਦਾ ਡੇਰੇ ਦਾ ਸਾਧ ਆ, ਜਿਹੜਾ ਇਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਪੋਸ਼ਾਕ ਪਹਿਨ ਕੇ ਸਲਾਬਤਪੁਰਾ ਬਠਿੰਡੇ ਦੇ ਡੇਰੇ ਦੇ ਵਿੱਚ ਬਕਾਇਦਾ ਇੱਕ ਇਕੱਠ ਨੂੰ ਸੰਬੋਧਨ ਕੀਤਾ। ਉਸੇ ਵੇਲੇ ਹੀ ਸਿੱਖਾਂ ਦੀਆਂ ਭਾਵਨਾਵਾਂ ਬਹੁਤ ਬੁਰੀ ਤਰ੍ਹਾਂ ਭੜਕੀਆਂ, ਕਿਉਂਕਿ ਇਹ ਜਿਹੜਾ ਡੇਰੇ ਦਾ ਮੁਖੀਆ, ਇਹਨੂੰ ਇੰਨਾ ਤਾਂ ਸਮਝ ਹੋਣੀ ਚਾਹੀਦੀ, ਇੱਕ ਸਿੱਖ ਪਰਿਵਾਰ 'ਚ ਪੈਦਾ ਹੋਇਆ, ਕਿ ਮੈਂ ਆਪਣੀ ਤੁਲਨਾ ਕਿਸੇ ਵੀ ਗੁਰੂ ਦੇ ਨਾਲ, ਔਰ ਖਾਸ ਤੌਰ ਤੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਪੂਰਾ ਪਰਿਵਾਰ ਵਾਰ ਦਿੱਤਾ ਇਨਸਾਨੀਅਤ ਲਈ, ਉਹਨਾਂ ਨਾਲ ਤੁਲਨਾ ਨਹੀਂ ਕਰ ਸਕਦਾ। ਪਰ ਕਿਉਂਕਿ ਇਹ ਹੰਕਾਰਿਆ ਹੋਇਆ ਸੀ, ਆਪਣੇ ਆਪ ਨੂੰ ਰੱਬ ਸਮਝਦਾ ਸੀਗਾ, ਤੇ ਇਸ ਨੇ ਜਿਹੜੀ ਅਵਗਿਆ ਕੀਤੀ, ਇਹ ਅਸਲ ਨਫ਼ਰਤ ਦੀ ਭਾਵਨਾ ਇਹਨੇ ਆਪ ਬੀਜੀ ਉਸ ਦਿਨ, ਔਰ ਉਸ ਤੋਂ ਬਾਅਦ ਸਿੱਖਾਂ ਨੇ ਇਕੱਠੇ ਹੋ ਕੇ ਇਸ ਦਾ ਵਿਰੋਧ ਕੀਤਾ। ਸਲਾਬਤਪੁਰੇ ਵਿਖੇ 2007 ਵਿੱਚ ਹੀ ਇੱਕ ਬਹੁਤ ਵੱਡੀ ਝੜਪ ਹੋਈ ਪ੍ਰੇਮੀਆਂ ਦੀ ਤੇ ਡੇਰੇ ਦੇ ਜਿਹੜੇ ਫਾਲੋਅਰਸ ਆ
ਤੇ ਸਿੱਖਾਂ ਦੀ, ਤੇ ਉਹਦੇ 'ਚ ਇੱਕ ਆਦਮੀ ਮਾਰਿਆ ਗਿਆ ਤੇ 50 ਦੇ ਕਰੀਬ ਆਦਮੀ ਜ਼ਖਮੀ ਹੋ ਗਏ। ਇਹ ਇੱਕ ਬੇਸਿਕਲੀ ਸਟਾਰਟਿੰਗ ਪੁਆਇੰਟ ਸੀਗਾ ਜਿੱਥੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਕੇ ਤੇ ਪੰਜਾਬ ਦੇ ਹਾਲਾਤ ਜਿਹੜੇ ਬਦਲਣ ਲੱਗ ਪਏ। ਇਸ ਤੋਂ ਬਾਅਦ ਕਾਫੀ ਅਰਸਾ ਪਹਿਲਾਂ ਬਾਦਲਾਂ ਦੀ ਸਰਕਾਰ ਸੀ 2007 'ਚ, ਇਹਨਾਂ ਨੇ ਕਾਫੀ ਅਰਸਾ ਅਵੋਇਡ ਕੀਤਾ ਕਿ ਸਾਨੂੰ ਡੇਰਾ ਮੁਖੀ ਦੇ ਖਿਲਾਫ ਕੋਈ ਕਾਰਵਾਈ ਨਾ ਕਰਨੀ ਪਵੇ, ਕਿਉਂਕਿ ਇਹਨਾਂ ਦੀ ਪੁਰਾਣੀ ਕੀ ਕਹਿੰਦੇ ਹੁੰਦੇ ਆ ਗੰਢ ਤੁੱਪ ਹੈਗੀ ਆ ਡੇਰਾ ਸੱਚਾ ਸੌਦੇ ਤੇ ਮੁਖੀਏ ਦੇ ਨਾਲ। ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਕਿ ਪ੍ਰਕਾਸ਼ ਸਿੰਘ ਬਾਦਲ ਭੁੰਜੇ ਬੈਠਾ ਵਾ ਤੇ ਸ਼ਾਇਦ ਸੁਖਬੀਰ ਸਿੰਘ ਬਾਦਲ ਵੀ ਹੱਥ ਜੋੜ ਕੇ ਸਾਹਮਣੇ ਉਹਦੇ ਖੜਾ, ਜਿੱਦਾਂ ਗੁਨਾਹਗਾਰ ਖੜੇ ਹੁੰਦੇ ਉਹਦੀ ਕਚਹਿਰੀ ਵਿੱਚ। ਉਹ ਸਾਰੇ ਤੱਥ ਜਿਹੜੇ ਲੋਕਾਂ ਦੀ ਨੌਲੇਜ ਵਿੱਚ ਸੀਗੇ। ਤਾਂ ਫਿਰ ਇਹ 2007 ਦੀ ਜੂਨ 2007 ਵਿੱਚ ਜਦੋਂ ਲੋਕਾਂ ਦਾ ਬਹੁਤ ਪ੍ਰੈਸ਼ਰ ਵੱਧ ਗਿਆ, ਦੇਖਿਆ ਕਿ ਸਿੱਖ ਬਹੁਤ ਨਾਰਾਜ਼ ਹੋ ਰਹੇ ਨੇ, ਇੱਕ FIR ਦਰਜ ਕੀਤੀ ਗਈ ਜਿਹੜੀਆਂ ਧਾਰਮਿਕ ਜਜ਼ਬਾਤਾਂ ਨੂੰ ਭੜਕਾਉਣ ਲਈ ਲਾਈ ਜਾਂਦੀ ਅਕਸਰ ਧਾਰਾ 295A, 2-3 ਧਾਰਾ ਉਹਦੇ ਨਾਲ ਹੋਰ ਜੋੜ ਕੇ ਇੱਕ FIR ਦਰਜ ਕੀਤੀ ਗਈ ਸਿਰਫ ਇਸ ਰਾਮ ਰਹੀਮ ਤੇ ਡੇਰਾ ਸਾਧ ਦੇ ਖਿਲਾਫ। ਉਹ ਜਿਹੜੀ FIR ਸੀਗੀ ਉਹ ਉਦਾਂ ਹੀ ਪੈਂਡਿੰਗ ਤੁਰੀ ਰਹੀ ਜਿੰਨੀ ਦੇਰ ਅਕਾਲੀ ਦਲ ਦਾ ਰਾਜ ਰਿਹਾ 2007 ਤੋਂ ਲੈ ਕੇ 12 ਤੱਕ। 2012 ਦੀ ਇਲੈਕਸ਼ਨਾਂ ਤੋਂ ਪਹਿਲਾਂ ਜਨਵਰੀ 2012 ਦੀ ਸ਼ਾਇਦ 12 ਜਨਵਰੀ ਦੀ ਡੇਟ ਹੈਗੀ ਆ, ਪੁਲਿਸ ਨੇ ਇੱਕ ਕੈਂਸਲੇਸ਼ਨ ਰਿਪੋਰਟ ਫਾਈਲ ਕੀਤੀ ਸੈਸ਼ਨ ਕੋਰਟ ਬਠਿੰਡਾ ਦੇ ਵਿੱਚ, ਜਿੱਥੇ ਇਹ FIR ਦੀ ਜਿਹੜਾ ਚਲਾਨ ਪੇਸ਼ ਹੋਇਆ ਹੋਇਆ ਸੀਗਾ, ਉਹਦੇ ਚ ਕੈਂਸਲੇਸ਼ਨ ਰਿਪੋਰਟ ਫਾਈਲ ਕਰ। ਹੁਣ ਸੁਖਬੀਰ ਸਿੰਘ ਬਾਦਲ ਬੜੇ ਆਰਾਮ ਨਾਲ ਕਹਿ ਰਿਹਾ ਜੀ ਉਸ ਵਕਤ ਤਾਂ ਇਲੈਕਸ਼ਨ ਕਮਿਸ਼ਨ ਦਾ ਰਾਜ ਚੱਲਦਾ ਸੀ, ਇਲੈਕਸ਼ਨ ਕਮਿਸ਼ਨ ਇਸ ਤਰ੍ਹਾਂ ਦੇ ਫੈਸਲੇ ਲੈ ਸਕਦੀ ਹੈ। ਜੇ ਸੁਖਬੀਰ ਬਾਦਲ ਬਹੁਤ ਸ਼ੋਰ ਮਚਾਉਂਦਾ ਕਿ ਸੜਕਾਂ ਬਣਾਤੀਆਂ, ਬਿਜਲੀ ਪੰਜਾਬ ਨੂੰ ਮੈਂ ਕਰ ਦਿੱਤੀ, ਅਗਰ ਉਹ ਉਹਦੇ ਫੈਸਲੇ ਨੇ ਤੇ ਜਿਹੜਾ ਜਨਵਰੀ ਮਹੀਨੇ ਦੇ ਵਿੱਚ 2012 ਚ ਕੈਂਸਲੇਸ਼ਨ ਰਿਪੋਰਟ ਫਾਈਲ ਹੋਈ ਜਿਹੜੀ ਗੁਰੂ ਸਾਹਿਬ ਦੀ ਪੋਸ਼ਾਕ ਪਹਿਨ ਕੇ ਅਵਗਿਆ ਕੀਤੀ ਸੀ, ਉਹਦੀ ਜ਼ਿੰਮੇਵਾਰੀ ਵੀ ਸੁਖਬੀਰ ਬਾਦਲ ਤੈਨੂੰ ਲੈਣੀ ਪਵੇਗੀ, ਤੂੰ ਭੱਜ ਨਹੀਂ ਸਕਦਾ। ਔਰ ਇਹ ਕੈਂਸਲੇਸ਼ਨ ਰਿਪੋਰਟ ਇੱਕ ਦਿਨ ਨਹੀਂ ਫਾਈਲ ਹੋਗੀ, ਅਕਸਰ ਇਹ ਫਾਈਲ ਹੋਮ ਡਿਪਾਰਟਮੈਂਟ ਜਿਹਦਾ ਹੋਮ ਮਿਨਿਸਟਰ ਸੁਖਬੀਰ ਬਾਦਲ ਸੀਗਾ, ਇਹ ਫਾਈਲ ਥੱਲਿਓਂ ਚੱਲ ਕੇ ਉੱਪਰੋਂ ਜਾ ਕੇ ਥੱਲੇ ਤੱਕ ਘੱਟੋ ਘੱਟ 3-4 ਮਹੀਨਿਆਂ ਦਾ ਪ੍ਰੋਸੈਸ ਆ ਜਦੋਂ ਕਿਸੇ ਦੇ ਖਿਲਾਫ ਕੋਈ ਅਦਾਲਤ ਵਿੱਚ ਕੈਂਸਲੇਸ਼ਨ ਰਿਪੋਰਟ ਫਾਈਲ ਹੋਣੀ ਹੁੰਦੀ ਹੈ। ਤਾਂ 2012 ਦੀ ਜਨਵਰੀ ਨੂੰ ਇਲੈਕਸ਼ਨਾਂ ਤੋਂ ਪਹਿਲਾਂ ਇਹਨਾਂ ਅਖੌਤੀ ਅਕਾਲੀਆਂ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਸਿੱਖਾਂ ਦੇ ਨੁਮਾਇੰਦੇ ਆ, ਇਹਨਾਂ ਨੇ ਗੁਰੂ ਸਾਹਿਬ ਦੇ ਨਾਲ ਤੁਲਨਾ ਕਰਨ ਵਾਲੇ ਬੰਦੇ ਦੇ ਜਿਹੜੀ FIR ਸੀਗੀ, ਪ੍ਰੋਸੀਡਿੰਗ ਸੀ ਬਠਿੰਡਾ ਸੈਸ਼ਨ ਕੋਰਟ ਦੇ ਵਿੱਚ, ਇਹਨਾਂ ਨੇ ਪੁਲਿਸ ਵੱਲੋਂ ਕੈਂਸਲੇਸ਼ਨ ਰਿਪੋਰਟ ਦਾਇਰ ਕਰਕੇ ਉਸ ਨੂੰ ਬਾਇਜ਼ਤ ਬਰੀ ਕਰਵਾਉਣ ਦੇ ਵੱਡੇ ਗੁਨਾਹਗਾਰ ਸੁਖਬੀਰ ਸਿੰਘ ਬਾਦਲ ਨੇ। ਇੱਥੇ ਹੀ ਬਸ ਨਹੀਂ, ਇਸ ਤੋਂ ਬਾਅਦ ਜਿਹੜਾ ਦੂਸਰਾ ਝਗੜਾ ਪਿਆ ਆਣ ਕੇ, ਤੁਹਾਨੂੰ ਯਾਦ ਹੋਵੇਗਾ ਕਿ ਇਹ ਕਮਲਾ ਜਿਹੜਾ ਡੇਰੇ ਦਾ ਸਾਧ ਹੈਗਾ, ਇਸ ਨੇ ਇੱਕ ਮੈਸੇਂਜਰ ਆਫ ਗੋਡ ਫਿਲਮ ਬਣਾਈ ਸੀਗੀ, MSG ਜਿਹਨੂੰ ਕਹਿੰਦੇ ਸੀਗੇ, ਔਰ ਉਹ ਬੜਾ ਆਪਣੇ ਆਪ ਨੂੰ ਸਮਝਦਾ ਸੀ ਕਿ ਸਾਰੇ ਭਾਰਤ ਵਿੱਚ ਮੇਰੀ ਫਿਲਮ ਬੜੀ ਚੱਲੇ ਕਿਉਂਕਿ ਮੇਰੇ ਬੜੇ ਪੈਰੋਕਾਰ ਨੇ, ਮੇਰੇ ਬੜੇ ਚੇਲੇ ਚਾਪਟੇ ਨੇ, ਤੇ ਫਿਲਮ ਬਣਾ ਕੇ ਮੈਂ ਕਾਮਯਾਬ ਹੋਊਂਗਾ। ਉਹ ਫਿਲਮ ਨੂੰ ਰਿਲੀਜ਼ ਨਹੀਂ ਸੀ ਹੋਣ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ, ਉਸ ਨੂੰ ਬੈਨ ਕੀਤਾ ਗਿਆ ਸੀਗਾ। ਉਸ ਫਿਲਮ ਨੂੰ ਰਿਲੀਜ਼ ਕਰਾਉਣ ਦੇ ਮਕਸਦ ਨਾਲ ਪ੍ਰੈਸ਼ਰ ਬਿਲਡਅਪ ਕਰਨ ਵਾਸਤੇ ਫਿਰ ਇੱਕ ਬਕਾਇਦਾ ਤੌਰ ਤੇ ਸਾਜ਼ਿਸ਼ ਘੜੀ ਗਈ। ਉਹ ਸਾਜ਼ਿਸ਼ ਦੇ ਤਹਿਤ ਜਿਹੜੇ ਡੇਰਾ ਪ੍ਰੇਮੀ ਸੀਗੇ, ਇਹਨਾਂ ਨੇ ਜਿਹੜੇ ਪਹਿਲਾਂ ਤਾਂ ਇੱਕ ਜਿਹੜਾ ਸਭ ਤੋਂ ਵੱਡੀ ਅਵਗਿਆ ਕੀਤੀ ਕਿ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੁੰਦਾ ਵਾ ਬੁਰਜ ਜਵਾਹਰ ਸਿੰਘ ਵਾਲੇ ਤੋਂ। ਇਹ ਕੋਈ ਛੋਟੀ ਗੱਲ ਨਹੀਂ ਸੀਗੀ। ਅਕਾਲੀਆਂ ਦੀ ਸਰਕਾਰ ਹੋਵੇ ਔਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋ ਜਾਵੇ ਬੁਰਜ ਜਵਾਹਰ ਸਿੰਘ ਵਾਲੇ ਪਿੰਡ ਤੋਂ, ਤੇ ਇਹਨਾਂ ਦੇ ਕੋਈ ਜੂਮ ਹੀ ਨਹੀਂ ਸਰਕੀ, ਇਹਨਾਂ ਨੇ ਬੋਦਰ ਵੀ ਨਹੀਂ ਕੀਤਾ ਖਾਸ ਕੇ, ਠੀਕ ਆ ਚੋਰੀ ਹੋ ਗਿਆ ਵਾ। ਔਰ ਇਹ ਚੋਰੀ ਕੀਤਾ ਗਿਆ ਸੀਗਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮੁੱਢ ਉੱਥੋਂ ਸ਼ੁਰੂ ਹੋਇਆ ਸੀਗਾ, ਤਾਂ ਕਿ ਪੰਜਾਬ ਸਰਕਾਰ ਤੇ ਪ੍ਰੈਸ਼ਰ ਪਾਇਆ ਜਾ ਸਕੇ ਕਿ ਸਾਡੀ ਜਿਹੜੀ ਉਹ ਬਾਬੇ ਦੀ ਫਿਲਮ ਆਉਣੀ ਆ MSG, ਉਸ ਨੂੰ ਪੰਜਾਬ ਦੇ ਵਿੱਚ ਛੇਤੀ ਤੋਂ ਛੇਤੀ ਰਿਲੀਜ਼ ਕਰਾਇਆ ਜਾ ਸਕੇ। ਇਸ ਤੋਂ ਅੱਗੇ ਜਿਹੜਾ 24 ਤੇ 25 ਸਤੰਬਰ 2015 ਨੂੰ ਬਰਗਾੜੀ ਵਿਖੇ ਅਤੇ ਬੁਰਜ ਜਵਾਹਰ ਸਿੰਘ ਵਾਲੇ ਬਕਾਇਦਾ ਤੌਰ ਤੇ ਪ੍ਰੇਮੀਆਂ ਨੇ ਪੋਸਟਰ ਲਾਏ। ਉਹ ਗੰਦੇ ਭਾਸ਼ਾ ਦੇ ਪੋਸਟਰ ਸੀਗੇ, ਉਹਦੇ ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ ਸੀਗੇ, ਤੁਹਾਡੇ ਗੁਰੂ ਨੂੰ ਚੱਕ ਕੇ ਲੈ ਜਾਾਂਗੇ, ਐਂ ਕਰ ਦਿਆਂਗੇ, ਉਹ ਕਰ ਦਿਆਂਗੇ, ਜੋ ਕੁਝ ਭੜਕਾਊ ਜ਼ੁਬਾਨ ਲਿਖ ਸਕਦੇ ਸੀ ਉਹਨਾਂ ਪੋਸਟਰਾਂ ਦੇ ਵਿੱਚ, ਉਹ ਇਹਨਾਂ ਪ੍ਰੇਮੀਆਂ ਨੇ ਪੋਸਟਰ ਲਾਏ। ਪਹਿਲਾਂ ਲਾਇਆ ਬਰਗਾੜੀ ਦੇ ਵਿੱਚ, ਉਹ ਬਰਗਾੜੀ ਵਾਲਿਆਂ ਨੇ ਜਿਹੜਾ ਸੀਗਾ ਗੁਰਦੁਆਰੇ ਦੇ ਗ੍ਰੰਥੀ ਨੇ ਉਸ ਪਿੰਡ ਦੇ ਜਿਹੜੇ ਅਕਾਲੀ ਆਗੂ ਸੀ ਗੁਰਚੇਤ ਸਿੰਘ ਢਿੱਲੋਂ, ਉਹਨਾਂ ਨੂੰ ਇਨਫੋਰਮ ਕੀਤਾ, ਲੇਕਿਨ ਪੁਲਿਸ ਨੇ
ਨਾ ਉਹਦੇ ਤੇ ਕੋਈ ਪ੍ਰੋਪਰ ਪੁਖਤਾ ਕਾਰਵਾਈ ਕੀਤੀ। ਜਿਹੜਾ ਬਰਗਾੜੀ ਦਾ ਗੁਰਦੁਆਰਾ ਸਾਹਿਬ ਉਹ ਇਤਿਹਾਸਿਕ 10ਵੀਂ ਪਾਤਸ਼ਾਹੀ ਦਾ ਗੁਰਦੁਆਰਾ ਸਾਹਿਬ ਆ, ਉੱਥੇ ਦਾ ਜਿਹੜਾ SGPC ਦੇ ਗੁਰਦੁਆਰੇ ਦਾ ਮੈਨੇਜਰ ਸੀ, ਨਾ ਉਸਨੇ ਕੋਈ ਸਟੇਟਮੈਂਟ ਰਿਕਾਰਡ ਕੀਤੀ, ਨਾ ਉਹਦੇ ਤੇ ਕੋਈ ਐਕਸ਼ਨ ਲਿਆ। ਤੇ 25 ਸਤੰਬਰ ਨੂੰ ਅਗਲੇ ਦਿਨ ਬੁਰਜ ਜਵਾਹਰ ਸਿੰਘ ਵਾਲੇ ਵੀ ਇਹੀ ਤਰ੍ਹਾਂ ਦਾ ਪੋਸਟਰ ਲਾਇਆ ਗਿਆ ਕਿ ਅਗਰ ਸਾਡੀ ਇਹ MSG ਫਿਲਮ ਦੇ ਵਿੱਚ ਰੁਕਾਵਟਾਂ ਪਾਈਆਂ, ਸਾਡੀ ਇਹ ਫਿਲਮ ਰਿਲੀਜ਼ ਬਾਬੇ ਦੀ ਨਾ ਹੋਣ ਦਿੱਤੀ, ਤੇ ਅਸੀਂ ਤੁਹਾਡੇ ਗੁਰੂ ਦੇ ਅੰਗ ਗਲੀਆਂ ਵਿੱਚ ਰੋਲ ਦੇਾਂਗੇ, ਖਿਲਾਰ ਦੇਾਂਗੇ। ਮੈਂ ਪੁੱਛਣਾ ਚਾਹੁੰਦਾ ਉਸ ਵਕਤ ਹੋਮ ਮਿਨਿਸਟਰ ਕੌਣ ਸੀ ਪੰਜਾਬ ਦਾ? ਸੁਖਬੀਰ ਸਿੰਘ ਬਾਦਲ। ਇਹਨੂੰ ਪੁੱਛੋ ਜਰਾ ਇਹਨੇ ਕੀ ਕਾਰਵਾਈ ਕੀਤੀ ਇਹਨਾਂ ਪੋਸਟਰਾਂ ਤੇ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ ਦੇ ਉੱਤੇ, ਇਹਨਾਂ ਦੇ ਉੱਤੇ ਇਹਨੇ ਜਦ ਕੋਈ ਕਾਰਵਾਈ ਨਹੀਂ ਕੀਤੀ। ਉਹਦੀ ਆਬਜ਼ਰਵੇਸ਼ਨ ਇਸੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਸਫਾ ਨੰਬਰ 105 ਤੇ ਆ, ਜਿਹੜੀ SIT ਅਕਾਲੀਆਂ ਦੀ ਸਰਕਾਰ ਵੇਲੇ ਬਣਾਈ ਸੀ, ਇੱਕ ਫਰਜ਼ੀ ਜੀ SIT ਬਣਾਈ ਸੀ। ਉਹਦੇ ਵੀ ਇਹ ਜਿਹੜਾ ਮੁੱਖ ਹੈਡ ਸੀਗਾ ਇੰਦਰਪ੍ਰੀਤ ਸਿੰਘ ਸਹੋਟਾ, ਜਿਹੜਾ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਸੀਗਾ, ਉਹਨੇ ਆਪਣੇ ਇਸ ਰਿਪੋਰਟ ਵਿੱਚ ਕੋਟ ਕੀਤਾ ਗਿਆ 105 ਨੰਬਰ ਸਫੇ ਤੇ ਕਿ ਜਿਹੜੀ ਪੁਲਿਸ ਸੀਗੀ ਉਹਨਾਂ ਨੇ ਦੋਸ਼ੀਆਂ ਨੂੰ ਫੜਨ ਲਈ, ਜਿਨ੍ਹਾਂ ਨੇ ਪੋਸਟਰ ਲਾਏ, ਜਿਨ੍ਹਾਂ ਨੇ ਇਹ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਨੂੰ ਫੜਨ ਵਾਸਤੇ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ। ਤੇ ਹੋਮ ਮਿਨਿਸਟਰ ਕੌਣ ਸੀ ਪੰਜਾਬ ਦਾ? ਸੁਖਬੀਰ ਸਿੰਘ ਬਾਦਲ। ਇਸ ਤੋਂ ਅੱਗੇ ਜਦੋਂ ਮੈਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੀ ਕੋਈ ਸਟੇਟਮੈਂਟ ਨਹੀਂ ਰਿਕਾਰਡ, ਉਸ ਤੋਂ ਬਾਅਦ ਜਦੋਂ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਤਾਂ 12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅੰਗ ਸੀਗੇ ਉਹ ਖਿਲਾਰੇ ਪਏ ਸੀ, ਰੋਲੇ ਪਏ ਸੀ, ਪਾੜੇ ਪਏ ਸੀ, ਜਿਹਦੇ ਨਾਲ ਕਿ ਸਾਰੀ ਦੁਨੀਆ 'ਚ ਬੈਠੇ ਗੁਰੂ ਨਾਨਕ ਨਾਮ ਲੇਵਾ ਦੇ ਜਜ਼ਬਾਤ ਭੜਕੇ। ਪਰ ਇਹਨਾਂ ਰਾਜ ਕਰਨ ਵਾਲੇ ਬਾਦਲ ਦੇ ਟੱਬਰ ਦੇ ਉੱਤੇ ਕੋਈ ਇਹਨਾਂ ਦੀ ਸਿਹਤ ਤੇ ਅਸਰ ਨਹੀਂ ਪਿਆ ਔਰ ਇਹਨਾਂ ਨੇ ਕੋਈ ਇਨਵੈਸਟੀਗੇਸ਼ਨ ਕਿਸੇ ਪ੍ਰੇਮੀ ਦੇ ਖਿਲਾਫ ਚੱਜ ਨਾਲ, ਜਿਹੜੀ ਬਾਅਦ ਵਿੱਚ ਹੁਣ ਲੇਟਰ ਔਨ SIT ਨੇ ਜਿਹੜੇ ਪ੍ਰੇਮੀਆਂ ਨੂੰ ਨਾਮਜ਼ਦ ਕੀਤਾ, ਇਹਨਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ। ਉਲਟਾ ਇਹਨਾਂ ਨੇ ਦੋ ਸਿੱਖ ਨੌਜਵਾਨ ਬਰਗਾੜੀ ਦੇ ਹੀ ਦੋ ਸਕੇ ਭਰਾ ਗਰੀਬ ਆਦਮੀ ਰੁਪਿੰਦਰ ਤੇ ਜਸਵਿੰਦਰ, ਉਹਨਾਂ ਦੇ ਚੱਡੇ ਪਾੜ ਦਿੱਤੇ, ਉਹਨਾਂ ਨੂੰ 3rd ਡਿਗਰੀ ਟਾਰਚਰ ਕੀਤਾ। ਉਹਨਾਂ ਨੂੰ ਪੁਲਿਸ ਨੇ ਇਹ ਕਿਹਾ ਕਿ ਤੁਸੀਂ ਇਹ ਕਬੂਲੋ ਕਿ ਸਾਰਾ ਜਿਹੜੀਆਂ ਬੇਅਦਬੀਆਂ ਤੇ ਜੋ ਖਲਾਰਾ ਪਿਆ ਹੈਗਾ ਇਹ ਅਸੀਂ ਕੀਤਾ ਵਾ, ਜਦਕਿ ਉਹ ਅੰਮ੍ਰਿਤਧਾਰੀ ਸਿੱਖ ਸੀਗੇ। ਔਰ ਇਸ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਦੇ ਸੱਤਾ ਦੇ ਨਸ਼ਾ ਵਿੱਚ ਚੂਰ ਪੰਜਾਬ ਪੁਲਿਸ ਹੈੱਡਕੁਆਰਟਰਸ ਵਿੱਚ ਚੰਡੀਗੜ੍ਹ 'ਚ ਇਸ ਨੇ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਹੜੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਮਸਲਾ ਸਾਰਾ ਹੱਲ ਕਰ ਲਿਆ ਵਾ ਤੇ ਆਹ ਜਿਹੜੇ ਦੋ ਭਰਾ ਨੇ ਰੁਪਿੰਦਰ ਤੇ ਜਸਵਿੰਦਰ ਅੰਮ੍ਰਿਤਧਾਰੀ ਸਿੱਖ, ਇਹ ਜ਼ਿੰਮੇਵਾਰ ਨੇ ਤੇ ਮੈਂ ਹੁਣ ਚੱਲਿਆ ਵਾਂ ਨਾਢਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਵਾਸਤੇ, ਇੱਕ ਫਰਜ਼ੀ ਦਿਖਾਵੇ ਦੇ ਵਾਸਤੇ। ਤੇ ਜਿਨ੍ਹਾਂ ਨੇ ਅਸਲੀ ਕੀਤਾ ਸੀ ਪ੍ਰੇਮੀਆਂ ਨੇ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇਹਦਾ ਮਖੌਟਾ ਜਿਹੜਾ ਸੀਗਾ ਉਸ ਦਿਨ ਬਹੁਤ ਵੱਡੇ ਪੱਧਰ ਦੇ ਉੱਤੇ ਐਕਸਪੋਜ਼ ਹੋਇਆ। ਇੱਕ ਇੰਪੋਰਟੈਂਟ ਡਿਵੈਲਪਮੈਂਟ ਇਹਦੇ 'ਚ ਹੋਰ ਹੋਈ ਆ ਕਿ ਜਦੋਂ MSG ਨੂੰ ਫਿਲਮ ਨੂੰ ਰਿਲੀਜ਼ ਕਰਾਉਣਾ ਸੀ ਇਹਨਾਂ ਨੇ, ਤਾਂ ਜਦ ਤੱਕ ਜਿਹੜਾ ਪੰਥ 'ਚੋਂ ਛੇਕਿਆ ਗਿਆ ਸੀਗਾ ਡੇਰਾ ਸੱਚਾ ਸੌਦਾ ਦਾ ਸਾਧ, ਤੁਹਾਨੂੰ ਸਭ ਨੂੰ ਯਾਦ ਹੈ ਜਦੋਂ ਇਹਨੇ ਪੋਸ਼ਾਕ ਕੀਤੀ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਸ ਵੇਲੇ ਇੱਕ ਫਰਮਾਨ ਜਾਰੀ ਕਰਕੇ ਇਸ ਨੂੰ ਪੰਥ 'ਚੋਂ ਛੇਕ ਦਿੱਤਾ ਸੀਗਾ, ਕੱਢ ਦਿੱਤਾ ਸੀਗਾ। ਹੁਣ ਜਦ ਤੱਕ ਉਹ ਬਹਾਲ ਨਹੀਂ ਸੀ ਹੁੰਦਾ ਜਾਂ ਉਹ ਮਾਫੀ ਨਹੀਂ ਸੀ ਦਿੱਤੀ ਜਾਂਦੀ, ਉਦੋਂ ਤੱਕ ਪੰਜਾਬ ਦੇ ਵਿੱਚ MSG ਫਿਲਮ ਰਿਲੀਜ਼ ਨਹੀਂ ਸੀ ਹੋ ਸਕਦੀ। ਫਿਰ ਉਸ ਨੂੰ ਇੱਕ ਸਾਜ਼ਿਸ਼ ਦੇ ਤਹਿਤ ਬਕਾਇਦਾ ਤੌਰ ਤੇ ਬਾਦਲ ਦੇ ਟੱਬਰ ਨੇ, ਦੋਨਾਂ ਨੇ, ਹੁਣ ਯਾਦ ਰੱਖਿਓ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀਗਾ ਤੇ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ, ਇਹਨਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ, ਉਸ ਵਕਤ ਜਥੇਦਾਰ ਵਿਦਾਂਤੀ ਸੀ, ਔਰ ਨਾਲ ਜਥੇਦਾਰ ਗੁਰਮੁਖ ਸਿੰਘ, ਜਿਹੜੇ ਜਥੇਦਾਰ ਦਮਦਮਾ ਸਾਹਿਬ ਦੇ ਤਖਤ ਦੇ ਤਲਵੰਡੀ ਸਾਬੋ ਦੇ ਜਥੇਦਾਰ ਸੀਗੇ, ਤੇ ਨਾਲ ਇੱਕ ਜਥੇਦਾਰ ਮੱਲ ਸਿੰਘ, ਇਹਨਾਂ ਤਿੰਨਾਂ ਨੂੰ 16 ਸਤੰਬਰ 2015, ਡੇਟ ਨੋਟ ਕਰ ਲਿਓ ਜਰਾ, 16 ਸਤੰਬਰ 2015 ਨੂੰ ਇਹਨਾਂ ਜਥੇਦਾਰਾਂ ਨੂੰ ਪਹਿਲਾਂ SGPC ਦਾ ਦਫ਼ਤਰ ਹੈ ਚੰਡੀਗੜ੍ਹ ਸੈਕਟਰ 5 ਦੇ ਵਿੱਚ, ਉੱਥੇ ਇਕੱਠੇ ਕੀਤਾ ਗਿਆ। ਫਿਰ ਇਹਨਾਂ ਨੂੰ ਇੱਕ ਇਨੋਵਾ ਗੱਡੀ ਜਿਸ ਦਾ ਨੰਬਰ PB02 CB 9513 ਵਿੱਚ ਬਿਠਾ ਕੇ ਚੀਫ ਮਿਨਿਸਟਰ ਦੀ ਸਰਕਾਰੀ ਕੋਠੀ ਵਿੱਚ ਇਹਨਾਂ ਜਥੇਦਾਰਾਂ ਨੂੰ ਲਿਜਾਇਆ ਗਿਆ। ਉੱਥੇ ਸੁਖਬੀਰ ਸਿੰਘ ਬਾਦਲ ਵੀ ਹਾਜ਼ਰ ਸੀ। ਇਹ ਗੱਲ ਦੀ ਗਵਾਹੀ ਮੈਂ ਨਹੀਂ ਕਹਿ ਰਿਹਾ ਕਿ ਇਹ ਗੱਲ ਦੀ ਗਵਾਹੀ ਇਸੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਕਿਸ ਨੇ ਗਵਾਹੀ ਦਿੱਤੀ, ਸਟੇਟਮੈਂਟ ਦਿੱਤੀ? ਹਿੰਮਤ ਸਿੰਘ ਨੇ, ਜਿਹੜਾ ਕਿ ਜਥੇਦਾਰ ਗੁਰਮੁਖ ਸਿੰਘ ਜਥੇਦਾਰ ਤਖਤ ਦਮਦਮਾ ਸਾਹਿਬ ਦਾ ਜਥੇਦਾਰ ਸੀ, ਉਸ ਦੇ ਸਕੇ ਭਰਾ। ਔਰ ਇਹਦੀਆਂ ਵੀਡੀਓਜ਼ YouTube ਤੱਕ ਅੱਜ ਤੱਕ ਅਵੇਲੇਬਲ ਨੇ। ਚਾਹੇ ਹੁਣ ਜਥੇਦਾਰ ਗੁਰਮੁਖ ਸਿੰਘ ਨੂੰ
ਇਹਨਾਂ ਬਾਦਲਾਂ ਨੇ ਮਨਾ ਕੇ, ਪਤਿਆ ਕੇ, ਡਰਾ ਕੇ, ਲਾਲਚ ਦੇ ਕੇ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਲਾ ਦਿੱਤਾ। ਪਰ ਉਹਦੀਆਂ ਪੁਰਾਣੀਆਂ ਵੀਡੀਓਜ਼ ਤੁਸੀਂ ਸਾਰਿਆਂ ਨੇ ਦੇਖਿਆ। ਜਦੋਂ ਉਹਨੇ ਕਬੂਲਿਆ, ਉਹਨਾਂ ਨੇ ਕਿਹਾ ਕਿ ਮੈਂ ਚੀਫ ਮਿਨਿਸਟਰ ਨੂੰ ਕਿਹਾ ਕਿ ਤੁਸੀਂ ਜੀ ਜਥੇਦਾਰਾਂ ਨੂੰ, ਜਿਹੜੇ ਧਾਰਮਿਕ ਆਗੂ ਨੇ, ਉਹਨਾਂ ਨੂੰ ਆਪਣੀ ਸਰਕਾਰੀ ਕੋਠੀ ਤੇ ਨਾਮ ਲਾਇਆ ਕਰੋ। ਉਹਦੀ ਰਿਕਾਰਡ ਹੈ ਬਕਾਇਦਾ। ਉਸੇ ਦੇ ਸਕੇ ਭਰਾ ਨੇ, ਹਿੰਮਤ ਸਿੰਘ ਨੇ, ਜਸਟਿਸ ਰਣਜੀਤ ਸਿੰਘ ਦੇ ਮੋਹਰੇ ਇਹ ਬਿਆਨ ਦਿੱਤਾ, ਖੁਲਾਸਾ ਕੀਤਾ ਕਿ ਇਹਨਾਂ ਜਥੇਦਾਰਾਂ ਨੂੰ 16 ਸਤੰਬਰ 2015 ਨੂੰ ਸੱਦਿਆ ਗਿਆ। ਇਸ ਲਈ ਸੱਦਿਆ ਗਿਆ ਸੀਗਾ ਤਾਂ ਕਿ ਇਸ ਡੇਰੇ ਦੇ ਸਾਧ ਨੂੰ ਮਾਫੀ ਦਿੱਤੀ ਜਾਵੇ ਅਕਾਲ ਤਖਤ ਸਾਹਿਬ। ਇਨ ਦ ਮੀਨ ਟਾਈਮ ਇੱਕ ਸਰਵ ਧਰਮ ਕਮੇਟੀ ਬਣੀ ਹੋਈ ਸੀ ਸਵਾਮੀ ਅਗਨੀਵੇਸ਼ ਦੇ ਥੱਲੇ। ਉਹਨਾਂ ਨੇ ਇਸ ਡੇਰੇ ਦੇ ਸਾਧ ਦੇ ਕੋਲ ਜਾ ਕੇ ਇੱਕ ਨਰਮ ਜੀ ਚਿੱਠੀ ਲਿਖਾਈ ਸੀ ਹਿੰਦੀ ਦੇ ਵਿੱਚ। ਉਹਦੇ 'ਚ ਕਿਤੇ ਨਹੀਂ ਸੀ ਲਿਖਿਆ ਕਿ ਮੈਂ ਗਲਤੀ ਕੀਤੀ ਆ ਜਾਂ ਮੈਨੂੰ ਕੋਈ ਮਾਫੀ ਦਿੱਤੀ ਜਾਵੇ ਜਾਂ ਮੇਰੇ ਖਿਲਾਫ ਜਿਹੜਾ ਹੁਕਮਨਾਮਾ ਜਾਰੀ ਕੀਤਾ ਉਹ ਵਾਪਸ ਲਿਆ ਜਾਵੇ। ਹਿੰਦੀ ਵਿੱਚ ਇੱਕ ਨਰਮ ਜੀ ਚਿੱਠੀ ਸੀ। ਉਸ ਚਿੱਠੀ ਦੇ ਆਧਾਰ ਦੇ ਉੱਤੇ 24 ਸਤੰਬਰ ਨੂੰ, ਮਤਲਬ 16 ਨੂੰ ਇਹਨਾਂ ਨੂੰ ਸੱਦਿਆ ਗਿਆ ਚੀਫ ਮਿਨਿਸਟਰ ਦੀ ਕੋਠੀ 'ਚ। 24 ਸਤੰਬਰ ਨੂੰ ਜਥੇਦਾਰ ਅਕਾਲ ਤਖਤ ਨੇ ਇੱਕ ਐਮਰਜੈਂਸੀ ਮੀਟਿੰਗ ਸੱਦੀ ਆਪਣੇ ਜਥੇਦਾਰਾਂ ਦੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੇ। ਸੋਲ ਏਜੰਡਾ, ਇੱਕ ਏਜੰਡਾ ਕਿ ਡੇਰਾ ਜਿਹੜਾ ਸੱਚਾ ਸੌਦਾ ਦਾ ਸਾਧ ਆ, ਇਸ ਨੂੰ ਅਸੀਂ ਮਾਫ ਕੀਤਾ, ਇਸ ਨੂੰ ਮੁੜ ਖਾਲਸਾ ਪੰਥ ਦੇ ਵਿੱਚ ਸ਼ਾਮਲ ਕਰਤਾ। ਜਿਹੜਾ ਹੁਕਮਨਾਮਾ ਸੀਗਾ ਅਸੀਂ ਇਹਨੂੰ ਕੌਮ ਚੋਂ ਕੱਢਿਆ ਸੀਗਾ, ਛੇਕਿਆ ਸੀ, ਉਹ ਅਸੀਂ ਵਾਪਸ ਲੈਨੇ ਆ। ਇੱਕ ਹਿੰਦੀ ਦੀ ਚਿੱਠੀ ਤੇ ਨਾ ਉਹ ਬੰਦਾ ਚੱਲ ਕੇ ਆਇਆ ਅਕਾਲ ਤਖਤ ਤੇ, ਨਾ ਉਸਨੇ ਚਿੱਠੀ ਵਿੱਚ ਲਿਖਿਆ ਕਿਤੇ ਬਿਨਾਂ ਮਾਫੀ ਮੰਗਣ ਤੋਂ, ਬਿਨਾਂ ਮਾਫੀ ਕਹਿਣ ਤੋਂ, ਲਿਖਣ ਤੋਂ, ਪੇਸ਼ ਹੋਣ ਤੋਂ ਜਥੇਦਾਰ ਅਕਾਲ ਤਖਤ ਨੇ 24 ਸਤੰਬਰ 2015 ਨੂੰ ਉਹਨਾਂ ਨੂੰ ਮਾਫ ਕਰਤਾ। ਸਵਾਮੀ ਅਗਨੀਵੇਸ਼ ਇਹ ਚਿੱਠੀ ਜਿਹੜੀ ਸੀ ਅਕਾਲ ਤਖਤ ਸਾਹਿਬ ਦੇ ਨੂੰ ਲੈ ਕੇ ਹਿੰਦੀ ਵਿੱਚ ਪੇਸ਼ ਹੋਇਆ ਸੀ। ਇਸ ਤੋਂ ਬਾਅਦ ਬਹੁਤ ਸ਼ੋਰ ਮਚਿਆ, ਸਭ ਨੂੰ ਤੁਹਾਨੂੰ ਪਤਾ, ਬਹੁਤ ਹਾਹਾਕਾਰ ਮਚੀ, ਸਰਬੱਤ ਖਾਲਸਾ ਵੀ ਹੋਇਆ, ਲੱਖਾਂ ਆਦਮੀ ਉਸ ਸਰਬੱਤ ਖਾਲਸਾ ਦੇ ਵਿੱਚ ਪਹੁੰਚਿਆ। ਉਤੋਂ ਪਬਲਿਕ ਪ੍ਰੈਸ਼ਰ ਤੋਂ ਡਰਦਿਆਂ ਇਹਨਾਂ ਨੇ ਫਿਰ ਇੱਕ ਜਿਹੜਾ ਉਸ ਤੋਂ ਪਹਿਲਾਂ ਮੈਂ ਆ ਜਾਣਾ, 24 ਨੂੰ ਇਹਨੂੰ ਮਾਫ ਕੀਤਾ ਗਿਆ ਜੀ, ਇਸ ਸਾਧ ਨੂੰ। ਤੇ 25 ਸਤੰਬਰ 2015 ਨੂੰ ਮੈਸੇਂਜਰ ਆਫ ਗੋਡ MSG ਜਿਹੜੀ ਫਿਲਮ ਸੀਗੀ ਉਹ ਪੰਜਾਬ ਦੇ ਵਿੱਚ ਵੀ ਰਿਲੀਜ਼ ਕਰ ਦਿੱਤੀ ਗਈ। ਮੈਂ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੁੰਦਾ, ਯਾਦ ਹੋਵੇਗਾ ਤੈਨੂੰ ਚੰਗੀ ਤਰ੍ਹਾਂ ਨਾਲ, ਤੇਰੀ ਸਰਕਾਰ ਸੀ, ਤੂੰ ਹੋਮ ਮਿਨਿਸਟਰ ਸੀਗਾ, ਤੇਰੀ ਸਰਕਾਰ ਦੇ ਨੱਕ ਦੇ ਥੱਲੇ 16 ਤਰੀਕ ਨੂੰ ਜਥੇਦਾਰਾਂ ਨੂੰ ਸੱਦਣ ਤੋਂ ਬਾਅਦ 24 ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਇਸ ਸਾਧ ਨੂੰ ਮਾਫ ਕਰ ਦਿੰਦੇ ਆ ਤੇ 25 ਨੂੰ ਤੁਸੀਂ ਪੰਜਾਬ ਦੇ ਵਿੱਚ ਇਹਦੀ MSG ਫਿਲਮ ਨੂੰ ਥੀਏਟਰਸ ਵਿੱਚ ਲੱਗਣ ਦੀ ਆਗਿਆ ਦੇ ਦਿੰਦੇ। ਬਹੁਤ ਸ਼ੋਰ ਮਚਿਆ ਔਰ ਆਪਣੀ ਮਾਫੀ ਨੂੰ ਜਸਟੀਫਾਈ ਕਰਨ ਵਾਸਤੇ ਫਿਰ SGPC ਦਾ ਦੁਰਉਪਯੋਗ ਕੀਤਾ ਗਿਆ। 90 ਲੱਖ ਰੁਪਇਆ ਸਿੱਖਾਂ ਦੇ ਸੰਗਤ ਦਾ ਪੈਸਾ, ਵੱਡੇ ਵੱਡੇ ਇਸ਼ਤਿਹਾਰ ਲਾਏ ਗਏ ਅਖਬਾਰਾਂ ਦੇ ਵਿੱਚ, ਉਹਨੂੰ ਜਸਟੀਫਾਈ ਕੀਤਾ ਗਿਆ ਕਿ ਜਿਹੜੀ ਅਸੀਂ ਮਾਫੀ ਦਿੱਤੀ ਹੈ ਠੀਕ ਦਿੱਤੀ ਹੈ। ਪਰ ਇਹਦੇ ਬਾਵਜੂਦ ਸਿੱਖਾਂ ਦੇ ਜਿਹੜੇ ਜਜ਼ਬਾਤ ਸੀਗੇ ਉਹ ਲਗਾਤਾਰ ਭੜਕਦੇ ਹੋਏ ਰਹੇ ਔਰ ਬਹੁਤ ਪ੍ਰੈਸ਼ਰ ਰਿਹਾ ਇਹਨਾਂ ਦੀ ਧਾਰਮਿਕ ਲੀਡਰਸ਼ਿਪ ਦੇ ਉੱਤੇ। ਤੇ ਅਲਟੀਮੇਟਲੀ ਅਕਾਲ ਤਖਤ ਦੇ ਜਥੇਦਾਰ ਨੂੰ 16 ਅਕਤੂਬਰ 2015 ਨੂੰ ਇਹ ਮਾਫੀਨਾਮਾ ਜਿਹੜਾ ਦਿੱਤਾ ਸੀ ਸਾਧ ਨੂੰ, ਸੱਚੇ ਸੌਦੇ ਦੇ ਸਾਧ ਨੂੰ, ਇਹ ਉਹਨੂੰ ਵਾਪਸ ਲੈਣਾ ਪਿਆ। ਔਰ ਹੁਣ ਗੱਲ ਸਾਰੀ ਸਾਹਮਣੇ ਆ ਜਾਂਦੀ ਕਿ ਪਹਿਲਾਂ 2012 ਵਿੱਚ ਜਿਹੜਾ ਉਹਦੇ ਖਿਲਾਫ ਕੇਸ ਸੀ ਬਠਿੰਡਾ ਸੈਸ਼ਨ ਕੋਰਟ ਚੋਂ, ਉਹ ਸੁਖਬੀਰ ਸਿੰਘ ਦੇ ਬਾਦਲ ਦੇ ਕਹਿਣ ਤੇ ਵਾਪਸ ਹੁੰਦਾ ਤੇ ਫਿਰ ਉਹਦੀ ਫਿਲਮ ਰਿਲੀਜ਼ ਕਰਾਉਣ ਦੇ ਮਕਸਦ ਨਾਲ ਜਿਹੜਾ ਉਹਨੂੰ ਮਾਫੀਨਾਮਾ ਦਿੱਤਾ ਗਿਆ ਸੀਗਾ। ਤੇ ਫਿਰ ਕਿਸ ਤਰ੍ਹਾਂ SGPC ਦਾ ਦੁਰਉਪਯੋਗ ਕਰਕੇ ਪੈਸੇ ਲਵਾਏ ਤੇ ਫਿਰ ਦੇਖਿਆ ਕਿ ਸਿੱਖਾਂ ਦੀ ਭਾਵਨਾਵਾਂ ਬਹੁਤ ਭੜਕ ਗਈਆਂ, ਨਹੀਂ ਮੰਨਦੇ ਤੇ ਫਿਰ ਅਕਾਲ ਤਖਤ ਦੇ ਜਥੇਦਾਰ ਨੂੰ ਕਹਿਤਾ ਕਿ ਹੁਣ ਮਾਫੀ ਜਿਹੜੀ ਆ ਉਹ ਵਾਪਸ ਲੈ ਲਓ। ਇਹ ਜੋ ਕੁਝ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੀਤਾ ਇਹ ਰਹਿਤ ਮਰਿਆਦਾ ਦੇ 100% ਉਲਟ ਕੀਤਾ। ਮੈਂ ਨਹੀਂ ਕੋਈ ਦੱਸਣ ਵਾਲਾ, ਲੇਕਿਨ ਜਿਹੜੇ ਸਿੱਖ ਵਿਦਵਾਨ, ਬੁੱਧੀਜੀਵੀ, ਚੰਗੇ ਲੋਕ ਸੀਗੇ ਉਹ ਤੁਹਾਨੂੰ ਸਮੇਂ-ਸਮੇਂ ਦੱਸਦੇ ਰਹੇ ਕਿ ਕਿਤੇ ਵੀ ਜਿਹੜਾ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਸ ਤਰ੍ਹਾਂ ਨਹੀਂਗਾ ਕਿ ਕੋਈ ਆਦਮੀ ਪੇਸ਼ ਵੀ ਨਹੀਂ ਹੁੰਦਾ ਤੇ ਚਿੱਠੀ ਵੀ ਹਿੰਦੀ 'ਚ ਲਿਖਦਾ ਵਾ ਤੇ ਜਿਹੜਾ ਹੁਕਮਨਾਮਾ ਹੈਗਾ ਉਹ ਅਸੀਂ ਵਾਪਸ ਲੈ ਲੈਂਦੇ ਆ, ਜਦ ਕਿ ਇੱਕ ਰਹਿਤ ਮਰਿਆਦਾ ਇਹ ਰਹੀ ਹੈ ਕਿ ਜਿਹੜਾ ਹੁਕਮਨਾਮਾ ਇੱਕ ਵਾਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋ ਗਿਆ ਉਸ ਨੂੰ ਕਿਸੇ ਤਰੀਕੇ ਨਾਲ ਵਿਡਰਾਅ ਨਹੀਂ ਕੀਤਾ ਜਾਂਦਾ। ਹੁਣ ਮੇਰੇ ਚੰਦ ਸਵਾਲ ਨੇ ਸੁਖਬੀਰ ਬਾਦਲ ਨੂੰ, ਇਸ ਹੰਕਾਰੇ ਹੋਏ ਬੰਦੇ ਨੂੰ ਜਿਹਨੇ 2 ਸਾਲ ਇਹਦੀ ਸਰਕਾਰ ਰਹੀ, ਇਹਨੇ ਕੁਝ ਨਹੀਂ ਕੀਤਾ। ਉਹਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਗੱਲਾਂ ਦਾ ਜਵਾਬ ਦੇ ਦਿਓ ਲੋਕਾਂ ਦੀ ਕਚਹਿਰੀ ਵਿੱਚ, ਔਰ ਅਗਰ ਹੋ ਸਕੇ ਇਹ ਸਾਰੀਆਂ ਗੱਲਾਂ ਦਾ ਜਵਾਬ ਅਕਾਲ ਤਖਤ ਸਾਹਿਬ ਤੇ ਜਾ ਕੇ ਸਹੁੰ ਚੱਕ ਕੇ ਜੇ ਜਵਾਬ ਦਵੋਗੇ ਤਾਂ ਫਿਰ ਮੈਂ ਸਮਝੂੰਗਾ ਕਿ ਤੂੰ ਮਾੜੀ ਮੋਟੀ ਤੇਰੇ ਅੰਦਰ ਕੋਈ ਜਾਨ ਹੈਗੀ ਆ। ਪਹਿਲਾਂ ਤਾਂ ਤੁਸੀਂ ਇਹ ਦੱਸੋ ਕਿ 2012 ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਤੁਸੀਂ ਇਸ ਪਖੰਡੀ ਸਾਧ ਦੇ ਖਿਲਾਫ ਜਿਹੜਾ 295 ਧਾਰਾ ਦਾ
ਸੈਸ਼ਨ ਕੋਰਟ ਬਠਿੰਡਾ ਦੇ ਵਿੱਚ ਕੇਸ ਚੱਲ ਰਿਹਾ ਸੀਗਾ, ਉਹ ਤੂੰ ਬਤੌਰ ਹੋਮ ਮਿਨਿਸਟਰ ਆਪਣੀ ਪੁਲਿਸ ਨੂੰ ਕਹਿ ਕੇ ਕੈਂਸਲੇਸ਼ਨ ਰਿਪੋਰਟ ਫਾਈਲ ਕਰਕੇ ਉਹ ਕੇਸ ਵਾਪਸ ਕਿਉਂ ਲਿਆ? ਤੁਹਾਨੂੰ ਸਭ ਨੂੰ ਯਾਦ ਹੈ ਕਿ 2012 ਚ ਅਕਾਲੀ ਦਲ ਨੇ ਸਰਕਾਰ ਰਿਪੀਟ ਕਰਤੀ ਸੀਗੀ, ਕੀਤੀਆਂ ਤਾਂ ਠੱਗੀਆਂ ਡੋਰੀਆਂ ਸੀ, ਕੀਤੇ ਮਾਰੇ ਤਾਂ ਡਾਕੇ ਸੀਗੇ, ਪਰ ਕਿਸੇ ਤਰੀਕੇ ਨਾਲ ਡੇਰੇ ਦੀ ਵੋਟ ਲੈ ਕੇ ਮਾਲਵੇ ਦੇ ਵਿੱਚ ਇਹ ਕਾਮਯਾਬ ਹੋ ਗਏ ਤੇ ਜਿਹੜੀ ਇਹਨਾਂ ਦੀ ਦੁਬਾਰਾ ਸਰਕਾਰ ਬਣੀ ਸੀ। ਇਸ ਕਰਕੇ ਉਹ ਕੀ ਕਹਿੰਦੇ ਹੁੰਦੇ ਅੰਗਰੇਜ਼ੀ ਚ ਕੁਇਡ ਪ੍ਰੋ ਕੁਆ, ਤੂੰ ਮੈਨੂੰ ਥਾਪੜਾ ਦੇ ਮੈਂ ਤੈਨੂੰ ਥਾਪੜਾ ਦਊਂਗਾ, ਉਸ ਨੀਤੀ ਵਿੱਚ ਉਹਨਾਂ ਦੀਆਂ ਵੋਟਾਂ ਲੈਣ ਵਾਸਤੇ ਇਸ ਝੂਠੇ ਅਕਾਲੀ ਨੇ, ਇਸ ਫਰਜ਼ੀ ਅਕਾਲੀ ਨੇ ਉਹ ਜਿਹੜਾ ਕੇਸ ਸੀਗਾ ਉਹ ਬਠਿੰਡੇ ਦੀ ਅਦਾਲਤ ਵਿੱਚੋਂ ਕਿਉਂ ਵਾਪਸ ਲਿਆ, ਇਹ ਸਹੁੰ ਚੱਕ ਕੇ ਅਕਾਲ ਤਖਤ ਸਾਹਿਬ ਤੇ ਖੜਾ ਹੋ ਕੇ ਦੱਸੇ ਲੋਕਾਂ ਨੂੰ। ਇਸੇ ਤਰ੍ਹਾਂ ਹੀ ਇਹ ਦੱਸੇ ਕਿ ਕੀ ਅਕਾਲ ਤਖਤ ਦੇ ਜਥੇਦਾਰ ਨੂੰ ਉਸ ਵਕਤ ਵੇਦਾਂਤੀ ਨੂੰ ਔਰ ਜਥੇਦਾਰ ਦਮਦਮਾ ਸਾਹਿਬ ਦੇ ਜਥੇਦਾਰ ਗੁਰਮੁਖ ਸਿੰਘ ਨੂੰ ਤੇ ਇੱਕ ਜਥੇਦਾਰ ਮੱਲ ਸਿੰਘ ਨੂੰ ਤੁਸੀਂ 16 ਸਤੰਬਰ ਨੂੰ 2015 ਨੂੰ ਚੀਫ ਮਿਨਿਸਟਰ ਦੀ ਕੋਠੀ ਬੁਲਾਇਆ ਸੀਗਾ ਕਿ ਨਹੀਂ ਬੁਲਾਇਆ ਸੀਗਾ? ਤੇ ਜੇ ਬੁਲਾਇਆ ਸੀਗਾ ਕੀ ਉੱਥੇ ਮਾਫੀਨਾਮੇ ਦੀ ਡਾਇਰੈਕਸ਼ਨ ਦਿੱਤੀ ਗਈ ਸੀ ਕਿ ਨਹੀਂ ਦਿੱਤੀ ਗਈ ਸੀ? ਇਹ ਦੂਸਰਾ ਮੇਰਾ ਚੁਣੌਤੀ ਇਹਨਾਂ ਨੂੰ ਹੈ। ਤੀਸਰਾ, ਇਹਨਾਂ ਨੂੰ ਸਮਨ ਜਥੇਦਾਰਾਂ ਨੂੰ ਸਰਕਾਰੀ ਕੋਠੀ ਵਿੱਚ ਚੀਫ ਮਿਨਿਸਟਰ ਦੀ ਤਾਂ ਬੁਲਾਇਆ ਗਿਆ ਸੀਗਾ ਤਾਂ ਕਿ ਉਹਦੀ ਫਿਲਮ ਜਿਹੜੀ ਆ MSG ਉਹ ਪੰਜਾਬ ਦੇ ਥੀਏਟਰਸ ਵਿੱਚ ਦੁਬਾਰਾ ਉਸ ਨੂੰ ਲਾਇਆ ਜਾ ਸਕੇ, ਉਸ ਨੂੰ ਆਗਿਆ ਦਿੱਤੀ ਜਾ ਸਕੇ। ਇਹ ਗੱਲ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਅੰਦਰ ਆਪਣੀ ਆਤਮਾ ਅੱਛੀ ਤਰ੍ਹਾਂ ਜਾਣਦੀ, ਜੋ ਕੁਛ ਇਹਨਾਂ ਨੇ ਜਿਹੜੀਆਂ ਕਰਤੂਤਾਂ ਕੀਤੀਆਂ। ਇਸੇ ਤਰ੍ਹਾਂ ਹੀ ਇਹ ਜਦੋਂ ਹੋਮ ਮਿਨਿਸਟਰ ਸੀ, ਅਕਸਰ ਪੌਣੇ 2 ਸਾਲ ਇਹਨਾਂ ਦੀ ਸਰਕਾਰ ਰਹੀ ਆ, ਇਹਨਾਂ ਨੇ ਬੁਰਜ ਜਵਾਹਰ ਸਿੰਘ ਵਾਲੇ ਤੋਂ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ 1 ਜੂਨ 2015 ਨੂੰ, ਸਬਸੀਕੁਐਂਟਲੀ ਪੋਸਟਰ ਲੱਗੇ, ਬੇਅਦਬੀਆਂ ਹੋਈਆਂ, ਲਗਾਤਾਰ ਇੱਕ ਲੜੀਵਾਰ ਸਭ ਕੁਝ ਹੋਇਆ। ਮੈਂ ਪੁੱਛਣਾ ਚਾਹੁੰਦਾ ਕਿ ਬਤੌਰ ਹੋਮ ਮਿਨਿਸਟਰ ਤੂੰ ਇਸ ਨੂੰ ਰੋਕਣ ਵਾਸਤੇ ਕੀ ਕੋਸ਼ਿਸ਼ ਕੀਤੀ? ਤੀਸਰਾ, ਕਿ ਕਿਸੇ ਵੀ ਪ੍ਰੇਮੀ ਦੇ ਖਿਲਾਫ ਪੰਜਾਬ ਪੁਲਿਸ ਨੇ ਕਿਸੇ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਲਾਂਚ ਕੀਤੀ? ਕੇਵਲ ਸਿੱਖਾਂ ਨੂੰ ਹੀ ਟਾਰਗੇਟ ਕਰਕੇ ਰੁਪਿੰਦਰ ਤੇ ਜਸਵਿੰਦਰ ਦੇ ਚੱਡੇ ਕਿਉਂ ਪਾੜੇ ਗਏ? ਕੀ ਸੁਖਬੀਰ ਸਿੰਘ ਬਾਦਲ ਜਵਾਬ ਦੇ ਸਕਦਾ ਵਾ? ਜਿੰਨੀ ਦੇਰ ਤੁਹਾਡੀ ਸਰਕਾਰ ਰਹੀ, ਤੁਸੀਂ ਕੋਈ ਜੈਨੂਅਨ ਐਫਰਟ ਹੁੰਦਾ, ਇੱਕ ਹੁੰਦਾ ਐਵੇਂ SIT ਬਣਾਤੀ ਜੀ, ਇੱਕ ਹੁੰਦਾ ਵਾ ਕੋਈ ਸੀਰੀਅਸ ਐਫਰਟ ਕਰਕੇ ਤੁਸੀਂ ਦੋਸ਼ੀਆਂ ਨੂੰ ਫੜਨ ਦੀ ਤੇ ਜ਼ਿੰਮੇਵਾਰੀ ਫਿਕਸ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ? ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੀ ਕੋਟਕਪੂਰੇ ਅਤੇ ਬਾਈਬਲ ਕਲਾਂ ਵਿੱਚ ਗੋਲੀ ਚੱਲੀ, ਉਸ ਗੋਲੀ ਵਿੱਚ ਤੁਸੀਂ ਪੁਲਿਸ ਵਾਲਿਆਂ ਦੇ ਨਾਮ ਕਿਉਂ ਨਹੀਂ ਨਾਮਜ਼ਦ ਕੀਤੇ? FIRs ਤੁਹਾਡੀ ਸਰਕਾਰ ਪੌਣੇ 2 ਸਾਲ ਰਹੀ ਆ, ਬਾਈਬਲ ਕਲਾਂ 'ਚ 2 ਸਿੱਖ ਨੌਜਵਾਨ ਮਾਰੇ ਗਏ ਸੀਗੇ, ਉਹਨਾਂ 2 ਆਦਮੀਆਂ ਦਾ ਕਤਲ ਹੋਇਆ, ਤੁਸੀਂ ਅਣਪਛਾਤੇ ਬੰਦਿਆਂ ਦੇ ਖਿਲਾਫ FIR ਦਰਜ ਕੀਤੀ ਰੱਖੀ ਹੈ। ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਬਿਆਨ ਤੇ ਨਾਮ ਦਰਜ ਆ, ਜਿਹਦੇ ਚੂਲੇ ਵਿੱਚ ਗੋਲੀ ਵੱਜੀ ਜਦੋਂ ਕੋਟਕਪੂਰੇ ਸਵੇਰੇ 6 ਵਜੇ ਗੋਲੀ ਚਲਾਈ ਗਈ ਪੁਲਿਸ ਵੱਲੋਂ, ਉਹਦੇ ਅਜੀਤ ਸਿੰਘ ਦੇ ਕਹਿਣ ਦੇ ਉੱਤੇ 307 ਦਾ ਪਰਚਾ ਕਿਉਂ ਨਹੀਂ ਦਰਜ ਕੀਤਾ? ਸੁਖਬੀਰ ਸਿੰਘ ਬਾਦਲ ਤੁਸੀਂ ਹੋਮ ਮਿਨਿਸਟਰ ਸੀਗੇ। ਇੱਥੇ ਹੀ ਬਸ ਨਹੀਂ, ਜਿਹੜੀ CCTV ਫੁਟੇਜ ਅਗਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਆਪਣੀ ਰਿਪੋਰਟ ਵਿੱਚ ਉਸ ਆਪਣੇ ਕਮਿਸ਼ਨ ਰਾਹੀਂ ਕਢਾ ਸਕਦੇ ਨੇ, ਜਿਹੜੀ ਕੋਟਕਪੂਰੇ ਚੌਂਕ ਵਿੱਚ CCTVs ਲੱਗੇ ਸੀ, ਜਿਹਨੇ ਸਾਰੇ ਤੱਥ ਮੋਹਰੇ ਲਿਆਂਦੇ ਕਿ ਪੁਲਿਸ ਨੇ ਗੋਲੀ ਚਲਾਈ ਤੇ ਅਜੀਤ ਸਿੰਘ ਦੇ ਚੂਲੇ ਵਿੱਚ ਲੱਗੀ, ਤੇ ਕਿਸ ਤਰ੍ਹਾਂ ਜਬਰਨ ਲਾਠੀ ਚਾਰਜ ਕਰਕੇ ਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਤੇ ਅਤਿਆਚਾਰ ਕਰਕੇ ਕੋਟਕਪੂਰੇ ਦੇ ਚੌਂਕ 'ਚੋਂ ਮੋਰਚਾ ਉਠਾਇਆ ਗਿਆ। ਇੱਕ ਫਰਜ਼ੀ ਕਮਿਸ਼ਨ ਜਸਟਿਸ ਜ਼ੋਰਾ ਸਿੰਘ ਦਾ ਇਹਨਾਂ ਅਖੌਤੀ ਅਕਾਲੀਆਂ ਨੇ ਵੀ ਬਣਾਇਆ ਸੀਗਾ, ਉਹਨੇ CCTV ਫੁਟੇਜ ਕਿਉਂ ਨਹੀਂ ਕਢਾਈ? ਹੋਮ ਮਿਨਿਸਟਰ ਕੌਣ ਸੀ ਉਸ ਵੇਲੇ ਪੰਜਾਬ ਦੇ ਵਿੱਚ? ਔਰ FIR ਜਿਹੜੀ ਦਰਜ ਹੋਈ ਉਹ ਕੋਟਕਪੂਰੇ ਦੀ FIR ਪੁਲਿਸ ਵੱਲੋਂ ਦਰਜ ਆ ਪਬਲਿਕ ਦੇ ਉੱਤੇ, ਨਾਲੇ ਕੁੱਟਿਆ, ਨਾਲੇ ਮਾਰਿਆ, ਨਾਲੇ ਔਰਤਾਂ ਨੂੰ ਬੇਇੱਜ਼ਤ ਕੀਤਾ ਤੇ ਅਜੀਤ ਸਿੰਘ ਦੇ ਚੂਲੇ ਵਿੱਚ ਗੋਲੀ ਮਾਰੀ, ਤੇ ਨਾਲੇ ਪਰਚਾ ਵੀ ਉਹਨਾਂ ਲੋਕਾਂ ਦੇ ਉੱਤੇ ਦਰਜ ਸੀਗਾ। ਇਹ ਸੁਖਬੀਰ ਸਿੰਘ ਬਾਦਲ ਤੂੰ ਦੱਸ ਸਕਦਾ ਵਾ ਕਿ ਕੀ ਕਰਤੂਤ ਸੀ ਤੇਰੀ ਬਤੌਰ ਇੱਕ ਅਖੌਤੀ ਅਕਾਲੀ ਦੇ ਹੋਮ ਮਿਨਿਸਟਰ ਵਜੋਂ? ਔਰ ਇੱਥੇ ਬਸ ਨਹੀਂ, ਲਾਸਟ ਮੈਂ ਪੁੱਛਣਾ ਚਾਹੁੰਦਾ, ਅਖੀਰਲੀ ਗੱਲ ਕਰਨ ਲੱਗਿਆ, ਇੱਕ ਪਾਸੇ ਕਹਿੰਦੇ ਜੀ ਅਸੀਂ ਸਿੱਖਾਂ ਦੀ ਨੁਮਾਇੰਦਾ ਜਮਾਤ ਆ, ਅਸੀਂ ਬੜੇ ਪੰਥਕ ਆ, ਅਸੀਂ ਬੜੇ ਧਾਰਮਿਕ ਆ। ਇਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਜਿਹੜੇ ਬਾਈਬਲ ਕਲਾਂ ਗੋਲੀ ਚੱਲੀ ਤੇ ਕੋਟਕਪੂਰੇ ਗੋਲੀ ਚੱਲੀ, ਉਹ DGP ਸੁਮੇਧ ਸਿੰਘ ਸੈਣੀ ਤੁਸੀਂ ਲਾਇਆ ਕਿਉਂ ਸੀਗਾ? ਜਿਸ ਬੰਦੇ ਨੇ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ, ਚੱਡੇ ਪਾੜੇ, ਇੱਕ ਨਹੀਂ ਅਨੇਕਾਂ ਹੀ। ਚਲੋ ਇਜ਼ਹਾਰ ਆਲਮ ਨੂੰ ਛੱਡ ਦਿਓ, ਆਲਮ ਸੇਨਾ ਵਾਲੇ ਦੀ ਘਰ ਵਾਲੀ ਨੂੰ ਤੁਸੀਂ ਮਲੇਰਕੋਟਲੇ ਤੋਂ MLA ਬਣਾਇਆ, ਉਹ ਛੱਡ ਦਿਓ ਇੱਕ ਮਿੰਟ ਵਾਸਤੇ। DGP ਹੁੰਦਾ ਟੌਪ ਪੁਲਿਸ ਅਫਸਰ, ਅਕਾਲੀ ਦਲ ਦੀ ਸਰਕਾਰ ਹੋਵੇ ਤੇ ਸਭ ਤੋਂ ਐਂਟੀ ਸਿੱਖ ਅਫਸਰ ਨੂੰ ਲੱਭ ਕੇ ਤੁਸੀਂ ਪੰਜਾਬ ਦਾ DGP ਲਾਇਆ, ਔਰ ਉਸ ਨੇ ਆਪਣੇ ਹਲਫੀਆ ਬਿਆਨ ਜਿਹੜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਰਿਪੋਰਟ ਦੇ ਵਿੱਚ ਆ ਜਿਹੜੀ
ਸਪਲੀਮੈਂਟਰੀ ਫਾਈਨਲ ਰਿਪੋਰਟ ਹੈ, ਇਹਦੇ ਵਿੱਚ ਉਹਦਾ ਐਫੀਡੇਵਿਟ ਆ ਸੁਮੇਧ ਸਿੰਘ ਸੈਣੀ ਦਾ ਕਿ 14 ਅਕਤੂਬਰ ਦੀ ਤੜਕੇ ਸਵੇਰੇ 2 ਵਜੇ ਪੰਜਾਬ ਦੇ ਮੁੱਖ ਮੰਤਰੀ ਨੇ ਮੈਨੂੰ ਫੋਨ ਕੀਤਾ। ਕਦ ਲਈ ਕੀਤਾ ਸੀ ਜੀ ਉਦੋਂ ਫੋਨ? ਤੇ 14 ਅਕਤੂਬਰ ਨੂੰ 6 ਵਜੇ ਕੋਟਕਪੂਰੇ ਗੋਲੀ ਚੱਲ ਗਈ ਤੇ ਮੁੜ ਕੇ 10-11 ਵਜੇ 10 ਵਜੇ 9 ਵਜੇ ਬਹਿਬਲ ਕਲਾਂ ਵਿੱਚ 2 ਸਿੱਖ ਨੌਜਵਾਨ ਮਾਰੇ ਗਏ। ਕੀ ਇਹ ਕਾਫੀ ਨਹੀਂ ਸੀ? ਇਹ ਜੋ ਕੁਝ ਘਟਨਾਕ੍ਰਮ ਵਾਪਰਿਆ, ਜੋ ਭਾਣਾ ਵਾਪਰਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ, ਤੁਹਾਡੇ ਸਿਹਤ ਤੇ ਕੋਈ ਅਸਰ ਨਹੀਂ ਹੋਇਆ? ਔਰ ਤੁਸੀਂ ਕਿੱਡੇ ਢੀਠ ਬੰਦੇ ਹੋ ਕਿ ਹਲੇ ਵੀ ਆਪਣੀ ਗੱਲ ਸਵੀਕਾਰ ਕਰਨ ਨੂੰ ਤਿਆਰ ਨਹੀਂ ਗਏ। ਉੱਥੇ ਜਾ ਕੇ ਇਲੈਕਸ਼ਨਾਂ ਤੋਂ ਬਾਅਦ ਫਰਜ਼ੀ ਜੋੜੇ ਵੀ ਝਾੜੇ ਨੇ ਝੂਠੇ। ਜੇ ਤੁਸੀਂ ਸੱਚੇ ਮਨੋਂ ਮਾਫੀ ਮੰਗੀ ਹੁੰਦੀ ਨਾ ਤਾਂ ਸ਼ਾਇਦ ਤੁਹਾਨੂੰ ਸਿੱਖ ਕੌਮ ਮਾਫ ਕਰ ਰਹੀ। ਸਿੱਖਾਂ ਦਾ ਗੁਰੂ ਨਾਨਕ ਨਾਮ ਲੇਵਾ ਦਾ ਮਾਫੀ ਦਾ ਖਾਨਾ ਬਹੁਤ ਵੱਡਾ ਵਾ, ਪਰ ਤੁਸੀਂ ਲੋਕਾਂ ਨੂੰ ਝੇਡਾਂ ਕਰਦੇ ਹੋ, ਤੁਸੀਂ ਟਿਚਰਾਂ ਕਰਦੇ ਹੋ, ਤੁਸੀਂ ਹੋਰ ਚੜਾਉਂਦੇ ਹੋ। ਲੋਕਾਂ ਨੇ ਤਾਂ ਫਤਵਾ ਦੇ ਦਿੱਤਾ ਤੁਹਾਨੂੰ 2017 ਦੀ ਅਸੈਂਬਲੀ ਚੋਣ ਵਿੱਚ, ਜਿਹੜਾ ਅਕਾਲੀ ਦਲ ਕਦੀ ਇੰਨੀ ਬੁਰੀ ਤਰ੍ਹਾਂ ਹਾਰਿਆ ਨਹੀਂ ਸੀਗਾ। ਤੁਹਾਨੂੰ ਸਿਰਫ 14-15 ਐਮਐਲਏਆਂ ਦੇ ਲੋਕਾਂ ਨੇ ਲੈਣ ਦਾ, ਹੋਰ ਤੋਂ ਜ਼ਿਆਦਾ ਕੀ ਕਰ ਸਕਦੇ ਸੀਗੇ? ਇਸ ਕਰਕੇ ਜੇ ਤੁਸੀਂ ਸਮਝਦੇ ਕਿ ਇਸ ਹਾਈ ਕੋਰਟ ਦੇ ਆਰਡਰ ਦੇ ਨਾਲ ਤੁਹਾਨੂੰ ਛੁਟਕਾਰਾ ਹੋ ਗਿਆ, ਤੁਹਾਡੀ ਗਲਤਫਹਿਮੀ ਹੈ। ਦੇਖੋ, 2 ਤਰ੍ਹਾਂ ਦੀ ਕਚਹਿਰੀਆਂ ਨੇ। ਇੱਕ ਇਹ ਹੈਗੀਆਂ ਨੇ ਆ ਜਿਹੜੀਆਂ ਅਦਾਲਤਾਂ ਸਰਕਾਰਾਂ ਦੀਆਂ ਬਣਾਈਆਂ ਹੋਈਆਂ, ਇੱਥੋਂ ਤਾਂ ਤੁਸੀਂ ਬਚ ਸਕਦੇ ਹੋ। ਇੱਥੋਂ ਤਾਂ ਸੁਮੇਧ ਸਿੰਘ ਸੈਣੀ ਵਰਗੇ ਤੇ ਹੋਰ ਸਿੱਖਾਂ ਦੇ ਕਾਤਲ ਅੱਜ ਤੱਕ ਬਚੀ ਜਾਂਦੇ ਨੇ। ਇਹਨਾਂ ਅਦਾਲਤਾਂ ਚੋਂ ਤਾਂ ਜਿਹੜੇ ਇਸ ਦੇਸ਼ ਦੇ ਲੁਟੇਰੇ ਨੇ, ਚਾਹੇ ਉਹ ਵਿਜੇ ਮਾਲਿਆ ਹੈ ਤੇ ਚਾਹੇ ਉਹ ਨੀਰਵ ਮੋਦੀ ਆ ਤੇ ਚਾਹੇ ਉਹ ਇਸ ਦੇਸ਼ ਦੀਆਂ ਅਦਾਲਤਾਂ ਚੋਂ ਇੰਟਰਨੈਸ਼ਨਲ ਚੀਟ ਚਾਰਲਸ ਸੋਬਰਾਜ ਵਰਗੇ ਵੀ ਬਚ ਗਏ ਸੀਗੇ, ਚਾਹੇ ਅੱਜ ਉਹ ਨੇਪਾਲ ਦੀ ਜੇਲ੍ਹ ਵਿੱਚ ਬੰਦ ਆ। ਪਰ ਦੂਸਰੀ ਅਦਾਲਤ ਹੈਗੀ ਉਸ ਵਾਹਿਗੁਰੂ ਦੀ, ਉਸ ਪਰਮਾਤਮਾ ਦੀ ਤੇ ਲੋਕਾਂ ਦੀ ਅਦਾਲਤ। ਲੋਕਾਂ ਦੀ ਅਦਾਲਤ ਨੇ ਤੁਹਾਨੂੰ ਛੇਕ ਦਿੱਤਾ 2017 ਵਿੱਚ 14-15 ਸੀਟਾਂ ਤੇ ਲੈਣ ਦਾ, ਤੇ ਇੱਕ ਹਲੇ ਵਾਹਿਗੁਰੂ ਦੀ ਅਦਾਲਤ ਦਾ ਫੈਸਲਾ ਤੁਹਾਡੇ ਖਿਲਾਫ ਆਵੇਗਾ, ਅਵਸ਼ ਆਵੇਗਾ। ਦੇਰ ਤਾਂ ਹੋ ਸਕਦੀ ਹੈ, ਅੰਧੇਰ ਨਹੀਂ ਹੈ ਉਸ ਅਦਾਲਤ ਵਿੱਚ। ਇਸ ਲਈ ਮੈਂ ਸਮਝਦਾ ਕਿ ਹਲੇ ਵੀ ਸਮਾਂ ਕਿ ਇਹ ਜਿਹੜਾ ਬਾਦਲ ਦਾ ਟੱਬਰ, ਜਿਨ੍ਹਾਂ ਨੇ ਪੰਥ ਤਬਾਹ ਕਰਤਾ, ਜਿਨ੍ਹਾਂ ਨੇ ਅਕਾਲੀ ਦਲ ਤਬਾਹ ਕਰਤਾ, ਜਿਨ੍ਹਾਂ ਨੇ ਐਸਜੀਪੀਸੀ ਤਬਾਹ ਕਰਤੀ, ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਐਂ ਬਦਲਿਆ ਜਿੱਦਾਂ ਕੱਪੜੇ ਬਦਲਦੇ ਹੁੰਦੇ ਨੇ, ਆਪਣੇ ਹੱਥ ਠੋਕ ਕੇ ਬਣਾ ਕੇ ਰੱਖਿਆ। ਅੱਜ ਵੀ ਤੁਸੀਂ ਜਾ ਕੇ ਉੱਥੇ ਸੱਚੇ ਮਨੋਂ ਪੇਸ਼ ਹੋ ਕੇ ਜੇ ਮਾਫੀ ਮੰਗ ਲਓਗੇ ਤਾਂ ਸ਼ਾਇਦ ਤੁਹਾਨੂੰ ਲੋਕੀ ਮਾਫ ਕਰ ਦੇਣ। ਲੇਕਿਨ ਜੇ ਤੁਸੀਂ ਆ ਗਿੱਦੜ ਭੁੱਕੀਆਂ ਮਾਰ ਕੇ ਫਰਜ਼ੀ ਚੁਣੌਤੀਆਂ ਲੋਕਾਂ ਤੋਂ ਮੰਗਦੇ ਹੋ ਤਾਂ ਫਿਰ ਆਹ ਤੱਥ ਜਿਹੜੇ ਸਾਰੇ ਮੈਂ ਤੁਹਾਡੇ ਸਾਹਮਣੇ ਅੱਜ ਰੱਖ ਦਿੱਤੇ ਆ। ਜੇ ਤੁਹਾਡੇ 'ਚ ਜਾਨ ਹੈਗੀ ਆ ਤੇ ਅਕਾਲ ਤਖਤ ਸਾਹਿਬ ਤੋਂ ਪੇਸ਼ ਹੋ ਕੇ ਇਹਨਾਂ ਗੱਲਾਂ ਦਾ ਜਵਾਬ ਦੇ ਦਿਓ। ਨਹੀਂ ਦੇ ਸਕੋਗੇ ਤਾਂ ਲੋਕਾਂ ਨੂੰ ਪਹਿਲਾਂ ਹੀ ਪਤਾ ਵਾ ਕਿ ਤੁਸੀਂ ਇਹਨਾਂ ਸਾਰੀਆਂ ਘਟਨਾਵਾਂ ਦੇ ਜ਼ਿੰਮੇਵਾਰ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ, ਗੁਰੂ ਗ੍ਰੰਥ ਸਾਹਿਬ ਦੇ ਚੋਰੀ ਸਰੂਪ ਹੋਣ ਦੇ, ਬਹਿਬਲ ਕਲਾਂ ਦੇ ਕਤਲਾਂ ਦੇ, ਕੋਟਕਪੂਰੇ ਦੇ ਫਾਇਰਿੰਗ ਦੇ, ਤੇ ਜੋ ਕੁਝ ਤੁਸੀਂ ਬਾਕੀ ਲੁੱਟ ਖਸੁੱਟ ਕੀਤੀ, ਉਹ ਸਭ ਲੋਕ ਤੁਹਾਨੂੰ ਤੁਹਾਡੇ ਬਾਰੇ ਅੱਛੀ ਤਰ੍ਹਾਂ ਜਾਣਦੇ। ਔਰ ਜੇ ਤੁਸੀਂ ਠੀਕ ਸਮਝਦੇ ਮੇਰੀਆਂ ਗੱਲਾਂ ਤੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ। ਤੇ ਜਿਹੜੇ ਪਹਾੜੇ ਦੇ ਟੱਟੂ ਨੇ ਅਕਾਲੀਆਂ ਦੇ, ਇਹਨਾਂ ਬਾਦਲ ਦਲੀਆਂ ਦੇ, ਉਹਨਾਂ ਨੂੰ ਮੇਰੀ ਵਾਰਨਿੰਗ ਆ ਕਿ ਇਹਨੂੰ ਇਸ ਪੇਜ ਤੋਂ ਅਵੋਇਡ ਕਰਿਓ। ਅਗਰ ਗਾਲੀ ਕਲੋਜ਼ ਕਰੋਗੇ ਤੇ ਸਾਈਬਰ ਕੈਫੇ ਹੈਗਾ ਤੇ ਪਰਚੇ ਵੀ ਦਰਜ ਹੁੰਦੇ ਨੇ, ਜਿੱਦਾਂ ਤੁਹਾਡੀ ਕਰਾਉਂਦੇ ਨਹੀਂ ਤੁਹਾਡੀ ਅਖੌਤੀ ਅਕਾਲੀ ਸਰਕਾਰ, ਉਹਦਾ ਪਰਚੇ ਅਸੀਂ ਵੀ ਦਰਜ ਕਰਾ ਸਕਦੇ। ਮਾਈਂਡ ਯੋਰ ਲੈਂਗੁਏਜ, ਅਵੋਇਡ ਉਹਨਾਂ ਲੋਕਾਂ ਨੂੰ ਸੁਣਿਆ ਜਿਹੜੇ ਇੱਥੇ ਪਹਾੜੇ ਦੇ ਟੱਟੂ ਭੇਜੇ ਹੁੰਦੇ ਇਹਨਾਂ ਨੇ, ਫੇਕ ਆਈਡੀਜ਼ ਵਾਲੇ, ਉਹਨਾਂ ਵਾਸਤੇ ਆ। ਤੁਹਾਡਾ ਸਾਰਿਆਂ ਦਾ ਸ਼ੁਕਰੀਆ। ਉਮੀਦ ਕਰਦਾ ਕਿ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋਗੇ, ਜਿਹੜੀ ਕਿ ਬਿਲਕੁਲ ਡੇਟ ਵਾਈਜ਼ ਔਰ ਇਸ਼ੂ ਬੇਸਡ ਔਰ ਫੈਕਟਸ ਦੇ ਉੱਤੇ ਆਧਾਰਿਤ ਅੱਜ ਮੈਂ ਤੁਹਾਡੇ ਨਾਲ ਗੱਲ ਕੀਤੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। For all our latest updates, please subscribe G Media Group YouTube channel and press the bell icon.